प्यारे विद्यार्थियों, मैं मुकेश कुमार गवर्नमेंट हाई स्कूल रुड़की तो तुहाडे लई अज अभ्यास 7.3 के सवाल लैके आया हाँ। अभ्यास 7.3 ਦੇ ਵਿੱਚ ਆਪਾਂ ਸਮਦੋਭੁਜੀ ਤ੍ਰਿਭੁਜ ਜਾਂ ਸਰਵਾਂਗ ਸਮਤਾ ਦੇ ਨਿਯਮਾਂ ਨਾਲ ਸੰਬੰਧਿਤ ਜਿਹੜੇ ਆ ਸਵਾਲ ਉਹ ਹੱਲ ਕਰਾਂਗੇ। ਪਹਿਲਾ ਹੀ ਸਵਾਲ ਹੈ ਇਹਦਾ ਆਪਣੇ ਤੋਂ, ਤ੍ਰਿਭੁਜ ABC ਅਤੇ DBC ਇੱਕੋ ਆਧਾਰ BC ਦੇ ਦੋ ਸਮਦੋਭੁਜੀ ਤ੍ਰਿਭੁਜ ਹਨ ਅਤੇ ਸਿਖਰ A ਅਤੇ D ਭੁਜਾ BC ਦੇ ਇੱਕੋ ਪਾਸੇ ਹਨ। ਜੇ ਭੁਜਾ AD ਨੂੰ ਇਸ ਤਰ੍ਹਾਂ ਵਧਾਇਆ ਜਾਵੇ ਕਿ ਭੁਜਾ BC ਨੂੰ P 'ਤੇ ਕੱਟੇ। ਆ ਭੁਜਾ AD ਨੂੰ ਵਧਾ ਦਿੱਤਾ ਗਿਆ ਤਾਂ ਕਿ ਇਹ P 'ਤੇ ਕੱਟੇ। ਆ ABC ਅਤੇ DBC ਇੱਕੋ ਆਧਾਰ BC ਦੇ ਦੋ ਸਮਦੋਭੁਜੀ ਤ੍ਰਿਭੁਜ ਆ, ਜਾਣੀ ਕਿ ਇਹਨਾਂ ਦੀਆਂ ਦੋ ਭੁਜਾਵਾਂ ਕੀ ਹੋਣਗੀਆਂ, ਬਰਾਬਰ ਹੋਣਗੀਆਂ। ਠੀਕ ਹੈ ਜੀ। ਤਾਂ ਆਪਾਂ ਕੀ ਸਿੱਧ ਕਰਨਾ ਕਿ ਤ੍ਰਿਭੁਜ ABD, ਆਹ ਵਾਲਾ ਤ੍ਰਿਭੁਜ ਆ ABD, ਇਹ ਸਰਵਾਂਗ-ਸਮ ਹੋਵੇਗਾ ਤ੍ਰਿਭੁਜ ACD ਦੇ। ਇਸੇ ਤਰ੍ਹਾਂ ਤ੍ਰਿਭੁਜ ABP ਸਰਵਾਂਗ-ਸਮ ਹੋਵੇਗਾ ਤ੍ਰਿਭੁਜ ACP ਦੇ। ਠੀਕ ਹੈ ਜੀ। ਅਤੇ ਇਹ ਆਪਾਂ ਹੁਣ ਸਿੱਧ ਕਰਾਂਗੇ। ਸਭ ਤੋਂ ਪਹਿਲਾ ਭਾਗ ਆਪਾਂ ਬੇਟਾ ਸਿੱਧ ਕਰਾਂਗੇ ਕਿ ਤ੍ਰਿਭੁਜ ABD ਸਰਵਾਂਗ-ਸਮ ਹੋਵੇਗਾ ਤ੍ਰਿਭੁਜ ACD ਦੇ। ਅਤੇ ਆਪਾਂ ਨੂੰ ਦਿੱਤਾ ਕੀ ਹੋਇਆ ਕਿ ਦੋਨੋਂ ਤ੍ਰਿਭੁਜ ਸਮਦੋਭੁਜੀ ਤ੍ਰਿਭੁਜ ਆ, ਯਾਨੀ ਕਿ ਦੋ ਭੁਜਾਵਾਂ ਬਰਾਬਰ ਹੋਣਗੀਆਂ। ਇਸ ਤਰ੍ਹਾਂ ABP ਅਤੇ ACP ਤ੍ਰਿਭੁਜ ਦੇ ਵਿੱਚ AB ਬਰਾਬਰ AC ਹੋਵੇਗੀ। ਇਸੇ ਤਰ੍ਹਾਂ ਇੱਧਰੋਂ BD ਬਰਾਬਰ ਕਿਹਦੇ ਹੋਵੇਗੀ, DC ਦੇ ਬਰਾਬਰ ਹੋਵੇਗੀ। ਇਹ ਤੁਸੀਂ ਯਾਦ ਰੱਖਣਾ। ਹੁਣ ਇਹ ਆਪਾਂ ਸਿੱਧ ਕਰਾਂਗੇ ਜਿਹੜੀਆਂ ਦੋ ਤ੍ਰਿਭੁਜਾਂ ਆਪਾਂ ਸਰਵਾਂਗ-ਸਮ ਸਿੱਧ ਕਰਨੀਆਂ, ਕਿਹੜੀਆਂ ਕਿਹੜੀਆਂ, ABD, ਦੂਸਰੀ ACD। ਇਹ ਦੋਨੋਂ ਤ੍ਰਿਭੁਜਾਂ ਲੈ ਲਈਆਂ ਆਪਾਂ, ਕਿਹੜੀਆਂ, ABD, ਦੂਸਰੀ ACD। ਹੁਣ ਇਹ 'ਚ ਜੇਕਰ ਤੁਸੀਂ ਦੇਖੋਗੇ AB ਬਰਾਬਰ AC ਦਿੱਤਾ ਹੋਇਆ। ਹਾਂਜੀ ਵਿਦਿਆਰਥੀਓ, ABD ਅਤੇ ACD ਵਿੱਚ ਆਪਾਂ ਦੇਖਾਂਗੇ ਵੀ ਕੀ ਬਰਾਬਰ ਆ। ਹੁਣ ਸਭ ਤੋਂ ਪਹਿਲਾਂ ABD ਅਤੇ ACD ਜੇਕਰ ਤ੍ਰਿਭੁਜ ਦੇਖਾਂਗੇ, ਇਹਦੇ ਵਿੱਚ AB ਬਰਾਬਰ AC ਆ, ਕਿਉਂਕਿ ਆਪਣੇ ਤੋਂ ABC ਸਮਦੋਭੁਜੀ ਤ੍ਰਿਭੁਜ ਗਿਆ ਸੀਗਾ। ਇਸ ਦੀਆਂ ਦੋ ਭੁਜਾਵਾਂ ਬਰਾਬਰ ਹੋਣਗੀਆਂ। ਇਸੇ ਤਰ੍ਹਾਂ DBC ਜਿਹੜਾ ਤ੍ਰਿਭੁਜ ਆ ਉਹਦੇ ਵਿੱਚ DB ਬਰਾਬਰ DC ਸੀਗਾ। ਇਸ ਤਰ੍ਹਾਂ ਦੂਸਰੀ ਭੁਜਾ ਕਿਹੜੀ ਬਰਾਬਰ ਆ ਗਈ, BD ਬਰਾਬਰ DC। AD ਇਹਨਾਂ ਦੇ ਵਿੱਚ ਸਾਂਝੀ ਆ ਗਈ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਤਿੰਨੋਂ ਹੀ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੋ ਗਈਆਂ। ਤਾਂ ਕਿਹੜਾ ਨਿਯਮ ਲੱਗ ਗਿਆ, ਭੁਜਾ ਨਿਯਮ ਅਨੁਸਾਰ ਤ੍ਰਿਭੁਜ ਜਿਹੜਾ ABD ਆ ਉਹ ਸਰਵਾਂਗ-ਸਮ ਹੋਵੇਗਾ ਤ੍ਰਿਭੁਜ ACD ਦੇ। ਇਸ ਤਰ੍ਹਾਂ ਦੋਨੋਂ ਤ੍ਰਿਭੁਜ ਸਰਵਾਂਗ-ਸਮ ਆਪਾਂ ਸਿੱਧ ਕਰਦੇ। ਅਗਲੀ ਜੋ ਚੀਜ਼ ਆਪਾਂ ਸਿੱਧ ਕਰਨੀ ਸੀ ਉਹ ABP ਸਰਵਾਂਗ-ਸਮ ਹੈ ACP ਦੇ, ਯਾਨੀ ਕਿ ਆਹ ਵਾਲਾ ਤ੍ਰਿਭੁਜ ABP ਸਰਵਾਂਗ-ਸਮ ਹੈ ACP ਦੇ। ਤਾਂ ਹੁਣ ਇਹਦੇ ਵਿੱਚ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ AB ਬਰਾਬਰ AC ਦਿੱਤਾ ਹੋਇਆ ਆਪਾਂ ਨੂੰ, ਇੱਕ ਤਾਂ A ਬਰਾਬਰ ਹੋ ਗਿਆ, AP ਸਾਂਝਾ ਆ ਗਿਆ। ਠੀਕ ਹੈ ਜੀ, ਕਾਮਨ ਸਾਈਡ ਆ ਗਈ, ਸਾਂਝੀ ਆ ਗਈ ਸਾਈਡ। ਅਤੇ ਇੱਕ ਆਹ ਵਾਲਾ B ਐਂਗਲ ਇੱਧਰੋਂ ਕਿਹਦੇ ਬਰਾਬਰ ਹੋ ਜਾਊਗਾ ਆਪਣੇ ਤੋਂ, C ਐਂਗਲ ਦੇ, ਜਾਂ ਇਹ ਕਹਿ ਸਕਦੇ ਜਾਂ ਇਹ ਵੀ ਕਹਿਣ ਦੀ ਬਜਾਏ ਇੱਧਰੋਂ ਆਹ ਦੇਖ ਲਓ ਵੀ ਆਹ ਵਾਲਾ ਐਂਗਲ ਇੱਧਰੋਂ ਇਹਦੇ ਬਰਾਬਰ ਹੋ ਜਾਊਗਾ A ਐਂਗਲ, ਯਾਨੀ ਕਿ BAD ਜਾਂ ਆਪਾਂ BAP ਐਂਗਲ ਜਿਹੜਾ ਆ ਉਹ ਕਿਹਦੇ ਬਰਾਬਰ ਹੋਵੇਗਾ, CAP ਦੇ। ਕਿਉਂਕਿ ਆਪਾਂ ਉੱਪਰ ਵਾਲੇ ਤ੍ਰਿਭੁਜ ਸਰਵਾਂਗ-ਸਮ ਸਿੱਧ ਕੀਤੇ ਸੀਗੇ। ਕਿਹੜੇ ਵਾਲੇ ਤ੍ਰਿਭੁਜ, ABD ਸਰਵਾਂਗ-ਸਮ ਸਿੱਧ ਕੀਤਾ ਸੀ ACD ਦੇ। ਇਸ ਲਈ ਆਹ ਵਾਲਾ ਕੋਣ ਇੱਧਰੋਂ ਇਹਦੇ ਕੋਣ ਦੇ ਬਰਾਬਰ ਹੋ ਗਿਆ। ਤਾਂ ਇਸ ਤਰ੍ਹਾਂ ਆਪਣੇ ਤੋਂ ਕੀ ਲੱਗ ਗਿਆ, ਇੱਕ AB ਬਰਾਬਰ AC, ਸਭ ਤੋਂ ਪਹਿਲਾਂ ਆਹ ਲਿਖਾਂਗੇ AB ਬਰਾਬਰ AC। ਦੂਸਰੀ ਲਿਖਾਂਗੇ ਕਿ AP ਸਾਂਝੀ ਆ ਭੁਜਾ, AP ਸਾਂਝੀ ਭੁਜਾ ਹੋ ਗਈ। ਤੀਸਰਾ ਆਪਾਂ ਕੋਣ ਲਿਖ ਲਵਾਂਗੇ ਕਿ ਕੋਣ BAP ਬਰਾਬਰ ਹੋਵੇਗਾ CAP ਦੇ। ਇਸ ਤਰ੍ਹਾਂ ਭੁਜਾ ਨਿਯਮ ਅਨੁਸਾਰ ਤ੍ਰਿਭੁਜ ABP ਸਰਵਾਂਗ-ਸਮ ਹੋ ਜਾਊਗਾ ਤ੍ਰਿਭੁਜ ACP ਦੇ। ਇਸੇ ਤਰ੍ਹਾਂ ਹੁਣ ਅੱਗੇ ਆ ਜਾਓ। ਤੀਸਰਾ ਭਾਗ ਜੋ ਆਪਾਂ ਸਿੱਧ ਕਰਨਾ ਸੀ ਉਹ ਕੀ ਸੀਗਾ ਕਿ AP ਕੋਣ A ਅਤੇ D ਨੂੰ ਸਮਦੋਭਾਜਿਤ ਕਰਦੀ ਹੈ। ਤਾਂ AP ਆਹੀ ਵਾਲੀ ਆਪਣੇ ਤੋਂ। ਹੁਣ ਆਹ ਵਾਲਾ ਤ੍ਰਿਭੁਜ ਆਪਣੇ ਤੋਂ ABD ਅਤੇ ACD ਇਹ ਆਪਾਂ ਸਰਵਾਂਗ-ਸਮ ਸਿੱਧ ਕਰਕੇ ਹੀ ਹਟੇ ਹਾਂ। ਜੇ ਇਹ ਸਰਵਾਂਗ-ਸਮ ਆ ਤਾਂ ਸਰਵਾਂਗ-ਸਮ ਤ੍ਰਿਭੁਜਾਂ ਦੇ ਸਰਵਾਂਗ-ਸਮ ਭਾਗ ਬਰਾਬਰ ਹੁੰਦੇ ਆ। A ਕੋਣ A ਦੇ ਬਰਾਬਰ ਹੋਵੇਗਾ, ਯਾਨੀ ਕਿ ਕੋਣ ਆਪਣੇ ਤੋਂ BAP ਬਰਾਬਰ ਹੋਵੇਗਾ ਕਿਹਦੇ, CAP ਦੇ। ਉੱਪਰ ਵੀ ਆਪਾਂ ਲਿਖਿਆ ਸੀ ਇਹ।
ਤਾਂ ਜੇਕਰ ਇਹ ਕੋਣ ਬਰਾਬਰ ਆ ਆਪਸ ਦੇ ਵਿੱਚ, ਆਹ ਕੋਣ ਇਹਦੇ ਬਰਾਬਰ ਆ, ਇਹਦਾ ਅਰਥ ਕੀ ਹੈ ਕਿ AP ਜਿਹੜੀ ਆ ਇਸ ਕੋਣ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਆ, ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਹੈ। ਇਹਦਾ ਮਤਲਬ ਕੀ ਆ ਕਿ AP ਜਿਹੜੀ ਆ ਇਸ ਕੋਣ A ਨੂੰ ਸਮਦੋਭਾਜਿਤ ਕਰ ਰਹੀ ਆ, ਅਰਥਾਤ ਬਰਾਬਰ ਭਾਗਾਂ ਵਿੱਚ ਵੰਡ ਰਹੀ ਹੈ। ਇਸ ਤਰ੍ਹਾਂ ਆਪਾਂ ਇਹ ਸਿੱਧ ਕਰ ਦਿੱਤਾ ਕਿ AP ਜਿਹੜੀ ਆ ਕੋਣ A ਨੂੰ ਸਮਦੋਭਾਜਿਤ ਕਰਦੀ ਆ। ਹੁਣ ਇਸੇ ਤਰ੍ਹਾਂ ਆਪਾਂ ਸਿੱਧ ਕਰਾਂਗੇ ਵੀ DP ਜਿਹੜੀ ਆ ਉਹ D ਕੋਣ ਨੂੰ ਸਮਦੋਭਾਜਿਤ ਕਰੇਗੀ। ਤਾਂ ਉਹਦੇ ਲਈ ਆਪਾਂ ਆਹ ਵਾਲੇ ਤ੍ਰਿਭੁਜ ਲਵਾਂਗੇ BPD ਤੇ CPD, ਠੀਕ ਹੈ ਜੀ। ਤਾਂ ਇਹ ਦੋਨੋਂ ਤ੍ਰਿਭੁਜ ਲੈ ਲਏ ਆਪਾਂ BDP ਤੇ CDP। ਇਹਨਾਂ ਵਿੱਚ ਦੇਖਾਂਗੇ ਵੀ ਕੀ ਬਰਾਬਰ ਆ। ਸਭ ਤੋਂ ਪਹਿਲਾਂ ਦੇਖੋ BD ਬਰਾਬਰ DC, ਕਿਉਂਕਿ ਆਪਾਂ ਸ਼ੁਰੂ 'ਚ ਕਿਹਾ ਸੀ ਕਿ ਸਮਦੋਭੁਜੀ ਤ੍ਰਿਭੁਜ ਆ। ਦੂਸਰਾ DP ਸਾਂਝਾ ਹੋ ਗਿਆ, ਠੀਕ ਹੈ ਜੀ। ਤੀਸਰਾ ਆਹ BP ਬਰਾਬਰ PC ਹੋ ਜਾਣਾ, ਕਿਉਂਕਿ ਆਪਾਂ ਤ੍ਰਿਭੁਜ ਜਿਹੜਾ ABP ਸਰਵਾਂਗ-ਸਮ ਸਿੱਧ ਕੀਤਾ ਸੀ ACP ਦੇ, ਤਾਂ ਸਰਵਾਂਗ-ਸਮ ਤ੍ਰਿਭੁਜਾਂ ਦੇ ਐਂਡਲੇ ਦੋ ਅੱਖਰ BP ਬਰਾਬਰ ਕੀ ਆਵੇਗਾ, CP ਦੇ ਬਰਾਬਰ ਆਵੇਗਾ। ਤਿੰਨੋਂ ਹੀ ਭੁਜਾਵਾਂ ਬਰਾਬਰ ਹੋ ਗਈਆਂ, ਤਾਂ ਭੁਜਾ ਨਿਯਮ ਅਨੁਸਾਰ ਦੋਨੋਂ ਤ੍ਰਿਭੁਜ ਜਿਹੜੇ ਆ BDP ਤ੍ਰਿਭੁਜ ਸਰਵਾਂਗ-ਸਮ ਹੋ ਜਾਊਗਾ CDP ਦੇ। ਹੁਣ ਜੇਕਰ ਇਹ ਸਰਵਾਂਗ-ਸਮ ਆ ਤਾਂ ਇੱਧਰੋਂ D ਕੋਣ ਬਰਾਬਰ D ਦੇ, ਤਾਂ ਸਰਵਾਂਗ-ਸਮ ਆ ਤਾਂ ਜਿਹੜੇ ਸਰਵਾਂਗ-ਸਮ ਤ੍ਰਿਭੁਜ ਹੁੰਦੇ ਉਹਨਾਂ ਦੇ ਸਾਰੇ ਭਾਗ ਆਪਸ 'ਚ ਬਰਾਬਰ ਹੁੰਦੇ, ਇਸ ਲਈ ਆ D ਕੋਣ D ਦੇ ਬਰਾਬਰ ਹੋਵੇਗਾ। ਜੇਕਰ ਇਹ ਬਰਾਬਰ ਆ, ਇਹਦਾ ਅਰਥ ਕੀ ਹੋ ਗਿਆ ਕਿ ਆਹ ਜਿਹੜੀ AP ਭੁਜਾ ਆ ਰਹੀ ਆ ਇਹ D ਕੋਣ ਨੂੰ ਵੀ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਆ, ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਆ, ਅਰਥਾਤ ਇਹਨੂੰ ਸਮਦੋਭਾਜਿਤ ਕਰ ਰਹੀ ਆ। ਤਾਂ ਇਸ ਤਰ੍ਹਾਂ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਜਿਹੜਾ BDP ਕੋਣ ਬਰਾਬਰ CDP, ਇਹਦਾ ਅਰਥ ਕੀ ਹੋਇਆ ਕਿ AP ਜਿਹੜੀ ਆ D ਕੋਣ ਨੂੰ ਸਮਦੋਭਾਜਿਤ ਕਰਦੀ ਹੈ, ਜੋ ਕਿ ਆਪਾਂ ਸਿੱਧ ਕਰਨਾ ਸੀਗਾ। ਤਾਂ ਉਹੀ ਆਪਾਂ ਲਿਖ ਲਿਆ ਕਿ AP ਜਿਹੜੀ ਆ ਉਹ D ਕੋਣ ਨੂੰ ਸਮਦੋਭਾਜਿਤ ਕਰ ਰਹੀ ਆ। ਚੌਥਾ ਭਾਗ ਰਹਿ ਗਿਆ ਆਪਣਾ ਕਿ AP ਭੁਜਾ BC ਦਾ ਲੰਬ ਸਮਦੋਭਾਜਕ ਹੈ। ਜਿਹੜੀ ਆਹ ਆਪਣੇ ਤੋਂ ਬੇਟਾ AP ਆ, AP ਆ, ਇਹ BC ਨੂੰ ਦੋ ਬਰਾਬਰ ਭਾਗਾਂ ਵਿੱਚ ਵੀ ਵੰਡਦੀ। ਇਹ ਤਾਂ ਆਪਾਂ ਕੀਤਾ ਹੀ। ਲੰਬ ਮਤਲਬ ਇੱਥੇ 90 ਡਿਗਰੀ ਦਾ ਕੋਣ ਬਣਦਾ ਆ, ਇਹ ਆਪਾਂ ਸਿੱਧ ਕਰਾਂਗੇ। ਉਹਦੇ ਲਈ ਆਪਾਂ ਜੋ ਪਿੱਛੇ ਸਿੱਧ ਕੀਤਾ ਹੀ ਹੋਇਆ ABP ਸਰਵਾਂਗ-ਸਮ ਆ ਕਿਹਦੇ ACP ਦੇ। ਜੇਕਰ ਇਸ ਤਰ੍ਹਾਂ ਆ ਤਾਂ BP ਬਰਾਬਰ CP ਅੱਗੇ ਵੀ ਆਪਾਂ ਲਿਖਿਆ ਹੀ ਸੀਗਾ। ਹੁਣ ਇੱਧਰੋਂ ਦੇਖੋ ਆ P ਕੋਣ ਦੇ ਬਰਾਬਰ ਹੋਵੇਗਾ, ਤਾਂ ਇਹਦੇ ਵਿੱਚ P ਕੋਣ ਕਿਹੜਾ APB ਕੋਣ ਜਿਹੜਾ ਆ ਉਹ ਕਿਹਦੇ ਬਰਾਬਰ ਹੋਵੇਗਾ, APC ਕੋਣ ਦੇ ਬਰਾਬਰ ਹੋਵੇਗਾ। ਇਹਨੂੰ ਆਪਾਂ ਹੁਣ ਇੱਥੇ ਲਿਖਾਂਗੇ, ਉਹੀ ਲਿਖਿਆ ਆ ਆਪਣੇ ਤੋਂ ਕਿ APB ਬਰਾਬਰ ਕਿਹਦੇ ਹੋਵੇਗਾ, APC ਦੇ। ਹੁਣ ਦੋਨਾਂ ਕੋਣਾਂ ਦਾ ਜੋੜ ਕਿਹਦੇ ਬਰਾਬਰ ਹੋਵੇਗਾ, 180 ਡਿਗਰੀ। ਉਹ ਇੱਥੋਂ ਤੁਹਾਨੂੰ ਪਤਾ ਲੱਗ ਜਾਣਾ। ਦੇਖੋ ਇੱਥੇ ਆ ਰੇਖੀ ਜੋੜਾ ਬਣ ਰਿਹਾ, ਆ ਦੋਨਾਂ ਕੋਣਾਂ ਦਾ ਜੋੜ ਜਿਹੜਾ ਆ ਉਹ ਕਿੰਨਾ ਬਣੇਗਾ, 180 ਡਿਗਰੀ ਬਣੇਗਾ। ਰੇਖੀ ਜੋੜਾ ਬਣ ਰਿਹਾ। ਤਾਂ ਇਸ ਤਰ੍ਹਾਂ ਦੋਨਾਂ ਕੋਣਾਂ ਦਾ ਜੋੜ ਲਿਖ ਦਿੱਤਾ, APB ਜਮਾ APC ਬਰਾਬਰ ਕੀ ਆ ਗਿਆ ਆਪਣੇ ਤੋਂ 180 ਡਿਗਰੀ ਆ ਗਿਆ। ਹੁਣ APB ਕਿਹਦੇ ਬਰਾਬਰ ਆ, APC ਦੇ। ਤਾਂ ਇੱਥੇ ਜਿੱਥੇ APC ਆ ਉਹਦੀ ਜਗ੍ਹਾ 'ਤੇ APB ਕੋਣ ਲਿਖ ਲਵਾਂਗੇ। APB ਆ ਇੱਦਾਂ ਹੀ ਲਿਖ ਲਿਆ, ਆ APC ਜੋ ਕਿ APB ਦੇ ਬਰਾਬਰ ਸੀ, ਤਾਂ ਉਹਦੀ ਜਗ੍ਹਾ ਦੇ ਵਿੱਚ ਆਪਾਂ APB ਲਿਖਤਾ। ਹੁਣ APB ਨੂੰ ਦੋ ਵਾਰੀ ਜਮ੍ਹਾਂ ਕਰਾਂਗੇ, 2 APB ਬਰਾਬਰ 180 ਡਿਗਰੀ। 2 ਗੁਣਾ ਦੇ ਵਿੱਚ ਆ, ਭਾਗ 'ਚ ਆ ਜਾਊਗਾ। APB ਬਰਾਬਰ ਕੀ ਆ ਗਿਆ, 180/2। 180 ਨੂੰ 2 ਨਾਲ ਭਾਗ ਕਰ ਲਓ, 90 ਆ ਜਾਊਗਾ। ਇਸ ਤਰ੍ਹਾਂ APB ਕੋਣ ਕਿੰਨੇ ਡਿਗਰੀ ਆ ਗਿਆ, 90 ਡਿਗਰੀ ਆ ਗਿਆ। ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ AP ਜਿਹੜੀ ਭੁਜਾ ਆ ਉਹ BC ਨੂੰ ਲੰਬ ਸਮਦੋਭਾਜਕ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਅਗਲਾ ਸਵਾਲ ਆ AD ਸਮਦੋਭੁਜੀ ਤ੍ਰਿਭੁਜ ABC ਦਾ ਸਿਖਰ ਲੰਬ ਹੈ ਜਿਸ ਵਿੱਚ AB ਬਰਾਬਰ AC ਹੈ। ਸਿੱਧ ਕਰੋ ਕਿ AD BC ਨੂੰ ਸਮਦੋਭਾਜਿਤ ਕਰਦੀ ਹੈ ਅਤੇ AD ਕੋਣ A ਨੂੰ ਸਮਦੋਭਾਜਿਤ ਕਰਦੀ ਹੈ। ਆ ਆਪਣੇ ਤੋਂ ਬੇਟਾ ਤ੍ਰਿਭੁਜ ਆ ABC ਤ੍ਰਿਭੁਜ ਆ, ਜਿਹਦੇ ਵਿੱਚ AD ਜਿਹੜਾ ਆ ਇਹਦਾ ਸਿਖਰ ਲੰਬ ਆ, ਠੀਕ ਹੈ ਜੀ। ਅਤੇ ਇੱਥੇ 90 ਡਿਗਰੀ ਦਾ ਯਾਨੀ ਕਿ ਕੋਣ ਬਣਦਾ ਆ। ਆਪਾਂ ਕੀ ਸਿੱਧ ਕਰਨਾ ਕਿ AD ਜਿਹੜੀ ਆ BC ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ, ਯਾਨੀ ਕਿ ਇਹਨਾਂ ਦੋਨਾਂ ਨੂੰ ਬਰਾਬਰ ਸਿੱਧ ਕਰਾਂਗੇ। ਸਭ ਤੋਂ ਪਹਿਲਾਂ ਦਿੱਤਾ ਹੈ, ਲਿਖ ਲਵਾਂਗੇ ਕਿ AD ਤ੍ਰਿਭੁਜ ABC ਦਾ ਸਿਖਰ ਲੰਬ ਹੈ, ਯਾਨੀ ਕਿ ABC
ए बी ਜਿਹੜਾ ਆ ਉਹ ਕਿਹਦੇ ਬਰਾਬਰ ਹੈ ਏ ਸੀ ਦੇ, ਕਿਉਂਕਿ ਆਪਾਂ ਨੂੰ ਦਿੱਤਾ ਹੋਇਆ ਹੈ ਕਿ ਸਮਦੋਭੁਜੀ ਤ੍ਰਿਭੁਜ ਹੈ, ਇਸ ਲਈ ਏ ਬੀ ਜੋ ਆ ਉਹ ਕਿਹਦੇ ਬਰਾਬਰ ਹੋਵੇਗਾ ਏ ਸੀ ਦੇ ਬਰਾਬਰ ਹੋਵੇਗਾ। ਹੁਣ ਏ ਡੀ ਬੀ ਸੀ ਦੇ ਉੱਤੇ ਲੰਬ ਵੀ ਦਿੱਤਾ ਹੋਇਆ, ਤਾਂ ਸਬੂਤ ਕਰਾਂਗੇ ਆਪਣੇ ਤੋਂ। ਸਭ ਤੋਂ ਪਹਿਲਾਂ ਦੋ ਤ੍ਰਿਭੁਜ ਬਣ ਰਹੇ ਆ, ਬਹੁਤ ਸੌਖਾ ਸਵਾਲ ਆ। ਏ ਬੀ ਡੀ ਤ੍ਰਿਭੁਜ ਬਣ ਰਿਹਾ ਅਤੇ ਇੱਕ ਏ ਸੀ ਡੀ ਤ੍ਰਿਭੁਜ ਬਣ ਰਿਹਾ ਹੈ। ਇਹਨਾਂ ਦੋਨਾਂ ਤ੍ਰਿਭੁਜਾਂ 'ਚ ਦੇਖਾਂਗੇ ਕੀ ਕੀ ਬਰਾਬਰ ਆ। ਸਭ ਤੋਂ ਪਹਿਲਾਂ ਤਾਂ ਦੇਖੋ ਏ ਬੀ ਬਰਾਬਰ ਏ ਸੀ ਦਿੱਤਾ ਹੋਇਆ, ਦੂਸਰਾ ਏ ਡੀ ਸਾਂਝਾ ਆ, ਏ ਡੀ ਬਰਾਬਰ ਏ ਡੀ ਆ ਜਾਣਾ। ਤੀਸਰਾ ਏ ਡੀ ਬੀ ਕੋਣ ਆ ਉਹ ਕਿਹਦੇ ਬਰਾਬਰ ਹੋਵੇਗਾ ਏ ਡੀ ਸੀ ਕੋਣ ਦੇ, ਯਾਨੀ ਕਿ ਆਹ ਵਾਲਾ ਦੋਨੇ ਕੋਣ ਆਪਸ 'ਚ ਬਰਾਬਰ ਆ, ਕਿਉਂਕਿ ਦੋਨੋਂ ਕੋਣ 90 ਡਿਗਰੀ ਦੇ ਆ। ਹੁਣ ਇੱਕ ਦੇਖੋ ਕਰਨ ਬਰਾਬਰ ਹੋ ਗਿਆ, ਇੱਕ ਭੁਜਾ ਬਰਾਬਰ ਹੋ ਗਈ, ਇੱਕ 90 ਡਿਗਰੀ ਦਾ ਕੋਣ ਆ ਗਿਆ। ਕਿਹੜਾ ਨਿਯਮ ਲੱਗ ਗਿਆ RHS ਨਿਯਮ, ਸਮਕੋਣ ਕਰਨ ਭੁਜਾ ਨਿਯਮ ਦੇ ਅਨੁਸਾਰ ਦੋਨੋਂ ਤ੍ਰਿਭੁਜ ਸਰਵਾਂਗਸਮ ਹੋ ਜਾਣਗੇ। ਦੋਨੋਂ ਤ੍ਰਿਭੁਜ ਸਰਵਾਂਗਸਮ ਹੈ, ਇਸ ਲਈ ਬੀ ਡੀ ਕਿਹਦੇ ਬਰਾਬਰ ਆ ਜਾਊਗਾ ਸੀ ਡੀ ਦੇ ਬਰਾਬਰ ਆ ਜਾਊਗਾ ਸਰਵਾਂਗਸਮ। ਜਦੋਂ ਤ੍ਰਿਭੁਜ ਲਿਖਣਾ ਏ ਬੀ ਦੇ ਬਰਾਬਰ ਏ ਸੀ ਆ, ਤਾਂ ਇਸ ਲਈ ਏ ਬੀ ਦੇ ਸਾਹਮਣੇ ਏ ਸੀ ਲਿਖਿਆ। ਫਿਰ ਏ ਡੀ ਦੇ ਬਰਾਬਰ ਏ ਡੀ ਆ, ਪਹਿਲੇ ਤੇ ਆਖਰੀ ਨਾਲ ਏ ਡੀ ਬਣਦਾ, ਇੱਥੇ ਵੀ ਪਹਿਲੇ ਤੇ ਆਖਰੀ ਨਾਲ ਏ ਡੀ ਬਣ ਰਿਹਾ। ਹੁਣ ਜਿਹੜੇ ਤ੍ਰਿਭੁਜ ਸਰਵਾਂਗਸਮ ਹੋਣ ਉਹਨਾਂ ਦੇ ਭਾਗ ਜਿਹੜੇ ਆ ਬਰਾਬਰ ਹੁੰਦੇ ਆ, ਇਸ ਲਈ ਇੱਧਰੋਂ ਬੀ ਡੀ ਬਰਾਬਰ ਕੀ ਹੋਵੇਗਾ ਸੀ ਡੀ ਦੇ ਬਰਾਬਰ ਹੋਵੇਗਾ, ਤਾਂ ਬੀ ਡੀ ਬਰਾਬਰ ਡੀ ਸੀ ਆ ਗਿਆ। ਇਸ ਤਰ੍ਹਾਂ ਆਪਣੇ ਤੋਂ ਏ ਡੀ ਭੁਜਾ ਜਿਹੜੀ ਆ ਉਹ ਬੀ ਸੀ ਨੂੰ ਸਮਦੋਭਾਜਿਤ ਕਰ ਰਹੀ ਆ। ਦੇਖੋ ਏ ਡੀ ਭੁਜਾ ਨੇ ਦੋ ਭਾਗ ਬਣਾਏ ਸੀ, ਦੋਨੋਂ ਹੀ ਜਿਹੜੇ ਬੀ ਸੀ ਦੇ ਭਾਗ ਆ ਬੀ ਡੀ ਅਤੇ ਡੀ ਸੀ ਉਹ ਆਪਸ ਦੇ ਵਿੱਚ ਬਰਾਬਰ ਆ, ਤਾਂ ਇਸ ਤਰ੍ਹਾਂ ਦੋਨੋਂ ਬਰਾਬਰ ਸਿੱਧ ਕਰ ਦਿੱਤੇ। ਦੂਸਰਾ ਭਾਗ ਆਪਾਂ ਸਿੱਧ ਕਰਨਾ ਕਿ ਏ ਡੀ ਕੋਣ ਏ ਨੂੰ ਸਮਦੋਭਾਜਿਤ ਕਰਦੀ ਆ। ਹੁਣ ਜਦ ਤ੍ਰਿਭੁਜ ਜਿਹੜੇ ਸਰਵਾਂਗਸਮ ਹੋ ਗਏ ਤਾਂ ਇੱਧਰੋਂ ਏ ਕੋਣ ਏ ਦੇ ਸਾਹਮਣੇ ਏ ਕੋਣ ਏ ਦੇ ਬਰਾਬਰ ਹੋਵੇਗਾ। ਪਹਿਲੇ ਤ੍ਰਿਭੁਜ ਦੇ ਵਿੱਚ ਏ ਕੋਣ ਕੀ ਬਣ ਰਿਹਾ ਬੀ ਏ ਡੀ, ਦੂਸਰੇ ਤ੍ਰਿਭੁਜ 'ਚ ਏ ਕੋਣ ਕੀ ਬਣ ਰਿਹਾ ਸੀ ਏ ਡੀ। ਆ ਦੋਨੋਂ ਕੋਣ ਆਪਸ ਦੇ ਵਿੱਚ ਬਰਾਬਰ ਹੋਣਗੇ, ਉਹ ਆਪਾਂ ਲਿਖ ਦਿੱਤਾ ਬਰਾਬਰ ਆ। ਜੇਕਰ ਬਰਾਬਰ ਹੈ ਇਹਦਾ ਅਰਥ ਕੀ ਆ ਕਿ ਏ ਡੀ ਜਿਹੜੀ ਆ ਇਹਨੂੰ ਏ ਕੋਣ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਆ। ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਦਾ ਕੀ ਅਰਥ ਆ ਕਿ ਏ ਡੀ ਜਿਹੜੀ ਆ ਉਹ ਏ ਕੋਣ ਨੂੰ ਸਮਦੋਭਾਜਿਤ ਕਰਦੀ ਹੈ। ਹਾਂਜੀ ਪਿਆਰੇ ਵਿਦਿਆਰਥੀਓ, ਅਗਲਾ ਸਵਾਲ ਜੋ ਆਪਣਾ ਹੈਗਾ ਆ ਉਹ ਕੀ ਆ ਕਿ ਤ੍ਰਿਭੁਜ ਏ ਬੀ ਸੀ ਦੀਆਂ ਦੋ ਭੁਜਾਵਾਂ ਏ ਬੀ ਅਤੇ ਬੀ ਸੀ ਅਤੇ ਮੱਧਿਕਾ ਏ ਐਮ ਕ੍ਰਮਵਾਰ ਦੂਸਰੀ ਤ੍ਰਿਭੁਜ ਦੀ ਪੀ ਕਿਊ ਆਰ ਦੀਆਂ ਭੁਜਾਵਾਂ ਪੀ ਕਿਊ ਕਿਊ ਆਰ ਅਤੇ ਮੱਧਿਕਾ ਪੀ ਐਨ ਦੇ ਬਰਾਬਰ ਹਨ। ਅਤੇ ਆਪਾਂ ਸਿੱਧ ਕੀ ਕਰਨਾ ਕਿ ਏ ਬੀ ਐਮ ਸਰਵਾਂਗਸਮ ਆ ਕਿਹਦੇ ਪੀ ਕਿਊ ਐਨ ਦੇ। ਹੁਣ ਇਹਨੂੰ ਸਿੱਧ ਕਰਨ ਲਈ ਆਪਾਂ ਕੀ ਕਰਾਂਗੇ, ਦੇਖ ਲਓ ਦਿੱਤਾ ਕੀ ਹੋਇਆ ਕਿ ਏ ਬੀ ਪੀ ਕਿਊ ਦੇ ਬਰਾਬਰ ਆ, ਬੀ ਸੀ ਕਿਊ ਆਰ ਦੇ ਬਰਾਬਰ ਆ ਅਤੇ ਏ ਐਮ ਜਿਹੜੀ ਆ ਉਹ ਪੀ ਐਨ ਦੇ ਬਰਾਬਰ ਆ। ਹੁਣ ਜੋ ਸਿੱਧ ਕਰਨਾ ਉਹਨੂੰ ਆਪਾਂ ਦੋਨੋਂ ਤ੍ਰਿਭੁਜਾਂ ਨੂੰ ਲੈ ਲਵਾਂਗੇ। ਕਿਹੜੇ ਕਿਹੜੇ ਤ੍ਰਿਭੁਜ ਲੈ ਲਏ, ਇੱਕ ਤ੍ਰਿਭੁਜ ਏ ਬੀ ਐਮ ਦਿੱਤਾ ਆ, ਦੂਸਰਾ ਤ੍ਰਿਭੁਜ ਕੀ ਦਿੱਤਾ ਆ ਪੀ ਕਿਊ ਐਨ। ਇਹਦੇ ਵਿੱਚ ਕੀ ਬਰਾਬਰ ਆ ਏ ਬੀ ਬਰਾਬਰ ਪੀ ਕਿਊ, ਏ ਬੀ ਬਰਾਬਰ ਪੀ ਕਿਊ ਦਿੱਤਾ ਉਹ ਲਿਖ ਲਿਆ। ਦੂਸਰਾ ਏ ਐਮ ਬਰਾਬਰ ਪੀ ਐਨ ਦਿੱਤਾ ਆ ਕਿ ਏ ਐਮ ਜਿਹੜਾ ਆ ਉਹ ਪੀ ਐਨ ਦੇ ਬਰਾਬਰ, ਇਹ ਵੀ ਆਪਾਂ ਨੂੰ ਦਿੱਤਾ ਹੋਇਆ ਆ। ਹੁਣ ਤੀਸਰਾ ਆਪਾਂ ਸਿੱਧ ਕਰਾਂਗੇ, ਆਪਾਂ ਨੂੰ ਉਹਨਾਂ ਨੇ ਬੀ ਸੀ ਬਰਾਬਰ ਕਿਊ ਆਰ ਕਿਹਾ ਸੀਗਾ, ਬੀ ਸੀ ਬਰਾਬਰ ਕਿਊ ਆਰ ਲਿਖ ਲਿਆ। ਦੋਨਾਂ ਪਾਸੇ 1/2 ਦੇ ਨਾਲ ਗੁਣਾ ਕਰ ਦਿਓ। 1/2 ਨਾਲ ਗੁਣਾ ਕਰਨ ਦਾ ਮਤਲਬ ਕਿ ਬੀ ਸੀ ਦਾ ਅੱਧ। ਹੁਣ ਇਹ ਮੱਧਿਕਾ ਆ, ਮੱਧਿਕਾ ਮਤਲਬ ਇਹਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਆ। ਬੀ ਐਮ ਬਰਾਬਰ ਕਿਹਦੇ ਆ ਐਮ ਸੀ ਦੇ ਆ, ਜਾਂ ਆਪਾਂ ਕਹਿ ਲਈਏ ਕਿ ਬੀ ਐਮ ਜਿਹੜਾ ਆ ਉਹ ਬੀ ਸੀ ਦਾ ਅੱਧ ਆ। ਤਾਂ ਹੁਣ ਬੀ ਸੀ ਦਾ ਅੱਧ ਜਿਹੜਾ ਆ ਉਹਦੀ ਜਗ੍ਹਾ 'ਤੇ ਆਪਾਂ ਕੀ ਲਿਖ ਲਵਾਂਗੇ ਬੀ ਐਮ ਲਿਖ ਲਵਾਂਗੇ। ਇਸੇ ਤਰ੍ਹਾਂ ਕਿਊ ਆਰ ਦਾ ਅੱਧ ਜਿਹੜਾ ਉਹਦੀ ਜਗ੍ਹਾ 'ਤੇ ਕਿਊ ਐਨ ਲਿਖ ਲਵਾਂਗੇ, ਤਾਂ ਉੱਧਰ ਕਿਊ ਐਨ ਲਿਖ ਲਿਆ। ਇਸ ਤਰ੍ਹਾਂ ਆਪਣੇ ਤੋਂ ਕੀ ਆ ਬੀ ਐਮ ਬਰਾਬਰ ਕਿਊ ਐਨ ਆਪਾਂ ਸਿੱਧ ਕਰ ਦਿੱਤਾ। ਇਹਨਾਂ ਤ੍ਰਿਭੁਜਾਂ ਦੀਆਂ ਤਿੰਨੋਂ ਹੀ ਭੁਜਾਵਾਂ ਬਰਾਬਰ ਆ ਗਈਆਂ। ਇਸ ਤਰ੍ਹਾਂ ਭੁਜਾ ਨਿਯਮ ਦੇ ਅਨੁਸਾਰ ਤ੍ਰਿਭੁਜ ਏ ਬੀ ਐਮ ਸਰਵਾਂਗਸਮ ਹੋਵੇਗਾ ਪੀ ਕਿਊ ਐਨ ਦੇ, ਜੋ ਕਿ ਆਪਾਂ ਸਿੱਧ ਕਰਨਾ ਸੀਗਾ। ਅੱਗੇ ਆ ਜਾਓ, ਦੂਸਰਾ ਭਾਗ ਆਪਾਂ ਜੋ ਸਿੱਧ ਕਰਨਾ ਕਿ ਤ੍ਰਿਭੁਜ ਏ ਬੀ ਸੀ ਸਰਵਾਂਗਸਮ ਆ ਪੀ ਕਿਊ ਆਰ ਦੇ। ਹੁਣ ਤ੍ਰਿਭੁਜ ਏ ਬੀ ਸੀ ਆਹ ਵਾਲੀ ਆ ਜਾਂਦੀ ਏ ਬੀ ਸੀ ਪੀ ਕਿਊ ਆਰ, ਇਹ ਸਰਵਾਂਗਸਮ ਸਿੱਧ ਕਰਨੀ ਆ। ਹੁਣ ਇਹਦੇ ਵਿੱਚ ਏ ਬੀ ਬਰਾਬਰ ਪੀ ਕਿਊ ਇਹ ਆਪਾਂ ਨੂੰ ਦਿੱਤਾ ਹੋਇਆ। ਦੂਸਰਾ ਬੀ ਸੀ ਬਰਾਬਰ ਕਿਊ ਆਰ, ਇਹ ਵੀ ਆਪਾਂ ਨੂੰ ਦਿੱਤਾ ਹੋਇਆ ਆ। ਤੀਸਰੀ ਜਿਹੜੀ ਗੱਲ ਤੁਸੀਂ ਦੇਖਣੀ, ਆਹ ਵਾਲਾ ਕੋਣ ਜਿਹੜਾ ਆ ਇਹ ਆਪਸ 'ਚ ਹੁਣ ਬਰਾਬਰ ਹੋਣਗੇ, ਕਿਉਂਕਿ ਆਪਾਂ ਛੋਟੇ ਤ੍ਰਿਭੁਜ ਸਰਵਾਂਗਸਮ ਸਿੱਧ ਕੀਤੇ ਆ। ਸਰਵਾਂਗਸਮ ਸਿੱਧ ਕੀਤੇ ਤਾਂ ਉਹਨਾਂ ਦੇ ਕੋਣ ਬਰਾਬਰ ਹੋਣਗੇ, ਤਾਂ ਇਸ ਲਈ ਕੋਣ ਏ ਬੀ ਸੀ ਕਿਹਦੇ ਬਰਾਬਰ ਆ ਗਿਆ ਪੀ ਕਿਊ ਆਰ ਦੇ ਬਰਾਬਰ ਆ ਗਿਆ। ਭੁਜਾ ਕੋਣ ਭੁਜਾ ਨਿਯਮ ਦੇ ਅਨੁਸਾਰ ਤ੍ਰਿਭੁਜ ਜਿਹੜੇ ਆ ਉਹ ਸਰਵਾਂਗਸਮ ਸਿੱਧ ਹੋ ਜਾਣਗੇ। ਅੱਗੇ ਆ ਜਾਓ ਪਿਆਰੇ ਵਿਦਿਆਰਥੀਓ, ਚੌਥਾ ਸਵਾਲ
चौथा सवाल की है कि BE ਅਤੇ CF त्रिभुज ABC ਦੇ दो समान ਸਿਖਰ ਲੰਬ ਹਨ। समान मतलब दोनों बराबर आ। ਤਾਂ ਆਪਣੇ ਤੋਂ ਭੁਜਾ ਕੋਣ ਭੁਜਾ ਨਿਯਮ ਦੇ ਅਨੁਸਾਰ ਵਰਤਦੇ ਹੋਏ ਸਿੱਧ ਕਰੋ ਕਿ त्रिभुज ABC ਸਮਦੋਭੁਜੀ त्रिभुज है। ਤਾਂ ਆਪਣੇ ਤੋਂ ਦਿੱਤਾ ਹੈ ਕੀ ਆ ਕਿ BE ਬਰਾਬਰ ਕਿਹਦੇ ਆ CF ਦੇ, ਤੇ BE ਲੰਬ ਆ ਕਿਹਦੇ ਉੱਤੇ AC ਦੇ ਉੱਤੇ, CF ਲੰਬ ਆ ਕਿਹਦੇ ਉੱਤੇ AB ਦੇ ਉੱਤੇ। ਸਿੱਧ ਕੀ ਕਰਨਾ ਕਿ ABC ਜਿਹੜੀ ਆ ਉਹ ਕੀ ਆ ਸਮਦੋਭੁਜੀ त्रिभुज ਆ, ਯਾਨੀ ਕਿ ਉਹਦੀਆਂ ਦੋ ਭੁਜਾਵਾਂ ਬਰਾਬਰ ਆ, AB ਬਰਾਬਰ AC ਆ। ਹੁਣ ਇਹਦੇ ਲਈ ਬੇਟਾ ਆਪਾਂ ਕੀ ਕਰਾਂਗੇ, ਦੋ त्रिभुजां ਲੈ ਲਵਾਂਗੇ। ਕਿਹੜੀਆਂ ਕਿਹੜੀਆਂ त्रिभुजां, BCF BCE, ਇਹ ਦੋ त्रिभुजां ਲਵਾਂਗੇ। ਇਹਦੇ ਵਿੱਚ ਦੇਖੋ BC ਦਾ ਬਰਾਬਰ BC ਆ, ਯਾਨੀ कॉमन साइड आ गई, सांझी भुजा आ गई। होर इत्थे देखो 90 डिग्री का कोण बन रहा, आह वाला आ कोण 90 डिग्री का, दोनों पासे 90 डिग्री के कोण हो गए। ठीक है जी। तो बचिया की अपने तो हुण एक 90 डिग्री का कोण आ गया, एक भुजा बराबर आ गई, तो तीसरी अपने तो BE बराबर उन्होंने CF पहले ही आपां नूं दिता होया। आ BE किहदे बराबर आ, CF दे आ। तो इस तरह इन्हां दे आधार ते त्रिभुजां जिहड़ियां आ ओह सर्वांग हो जाएगियां। ठीक है जी। तो आपां दोनों त्रिभुज लए BC बराबर BC, जो मैं तुहानूं दस्सिया सांझी भुजा, BE बराबर CF जिहड़े आ सिखर लंब बराबर दिते आ, ते आ एक कोण 90 डिग्री का हो गया। RHS नियम समकोण कर्ण भुजा नियम के अनुसार जिहड़ा आ त्रिभुज सर्वांग हो गए। जेकर सर्वांग आ तो इधरों सर्वांग भाग बराबर होणगे। ठीक है जी। इधरों आ C कोण किहदे बराबर आवेगा, B कोण दे। इस तरह C कोण बराबर की आ गया, B दे आ गया। हुण इत्थों C कोण किहड़ा आ, ध्यान देना, इधरों अपने तो आ बेटा C कोण आ इधरों B कोण आ। B कोण बराबर C कोण वा आपां समਦੋਭੁਜੀ त्रिभुज पढ़ी आ। जेकर कोण बराबर आ तो उन्हां दीआं सन्मुख भुजावां भी बराबर होणगीआं। जेकर आ B कोण बराबर C दे आ तो इहदा अर्थ की आ कि AB जिहड़ी आ ओह किहदे बराबर होवेगी, AC दे बराबर होवेगी, जो कि आपां सिद्ध करना सी। AB बराबर AC आ गई, इहदा अर्थ की आ कि त्रिभुज ABC किद्दां दी आ, समਦੋਭੁਜੀ त्रिभुज है। ठीक है जी। अगे आ जाओ बेटा, पंजवां सवाल, ABC एक समਦੋਭੁਜੀ त्रिभुज है जिस विच AB बराबर AC है, AP लंब है BC ते, खिंच के दर्शाओ कि B कोण बराबर किहदे आ, C कोण दे बराबर होवेगा। हुण दिता है कि ABC एक समਦੋਭੁਜੀ त्रिभुज है, AB बराबर AC, तो AP आपां BC के उत्ते लंब खिंच लिया इधरों। ठीक है जी। सिद्ध की करना कि B कोण किहदे बराबर आ, C कोण के बराबर। तो सिंपल जी गल, आपां दो त्रिभुज बनते आ, एक ABP, दूसरा ACP, दोनों त्रिभुज आपां लै लवांगे। AB बराबर AC आपां नूं दिता होया, AP सांझा आ, AP बराबर AP सांझी भुजा हो गई। तीसरा आ कोण 90 डिग्री है, इधरों P कोण 90 डिग्री, इधरों यानी कि APB बराबर है APC, दोनों 90 डिग्री के कोण आ। तो RHS समकोण कर्ण भुजा नियम अनुसार त्रिभुज जिहड़े आ सर्वांग हो जाएंगे। सर्वांग आ तो इन्हां दे कोण भी बराबर होणगे, तो इधरों B कोण के सामने C आ रहा, तो B बराबर की होवेगा, C के बराबर होवेगा। तो इस तरह आपां कोण B जिहड़ा आ C के बराबर सिद्ध किया। प्यारे विद्यार्थियों, इन्हां सवालों को चंगी तरह समझना। देखो जी, सवाल दे विच ही आंसर छुपिया होया है। ये सवाल बहुत सौखे आ। अद्धी जिहड़ी गल है जिहड़ी सवाल दे विच ही लिखी हुंदी है, जिन्हों कि आपां सबूत के तौर पर लैंदे आ। धन्नवाद।